ਹੈਲੋ ਸਟੂਡੈਂਟਸ, ਆਪਾਂ ਅੱਜ ਪਾਰਟ ਨੰਬਰ 8 ਤੇ ਆ ਗਏ ਹਾਂ। ਤੁਹਾਡੇ ਕੋਲ ਜਿਹੜੀ ਸੀਰੀਜ਼ ਆਪਾਂ ਨੇ ਸਟਾਰਟ ਕੀਤੀ ਸੀਗੀ, ਟੌਪਿਕ ਹੈਗਾ ਰਿੰਗਸ। ਕੱਲੀ ਥਿਊਰੀ ਨਹੀਂ ਹੈ, ਕੁਐਸਚਨਸ ਵੀ ਨੇ। ਠੀਕ ਹੈ, ਥਿਊਰੀ ਜਿਹੜੀ ਹੈ, ਜਿਸ ਥਿਊਰੀ ਤੇ ਕੁਐਸਚਨ ਬਣ ਸਕਦੇ ਨੇ ਉਹੀ ਸਿਰਫ ਲਿਖੀ ਹੈ। ਪਰ ਜੇ ਸਿੱਧਾ ਕੁਐਸਚਨ ਕਰਾ ਦਈਏ ਤਾਂ ਜਿਸ ਨੂੰ ਆਈਡੀਆ ਨਾ ਹੋਵੇ ਬੱਚੇ ਨੂੰ, ਤੁਹਾਡੇ ਕੋਲ ਉਹਦੇ ਲਈ ਫਿਰ ਇਹ ਮਤਲਬ ਯੂਜ਼ਲੈਸ ਹੋ ਜਾਂਦਾ ਲੈਸਨ। ਸੋ ਠੀਕ ਹੈ ਜੀ, ਕੁਐਸਚਨ ਲਾਜ਼ਮੀ ਆਉਣਗੇ ਤੁਹਾਡੇ ਕੋਲ ਔਰ ਬੜੇ ਐਲੀਗੈਂਟ ਕੁਐਸਚਨਸ ਆਉਣਗੇ। ਸੋ ਬਹੁਤ ਜ਼ਿਆਦਾ ਵੱਡੀ ਵੀਡੀਓ ਨਹੀਂ ਹੋਣੀ ਹੈਗੀ। ਸੋ ਇਨ ਕੇਸ ਤੁਹਾਨੂੰ ਰਿੰਗਸ ਆਉਂਦਾ ਵੀ ਹੈ, ਤੁਸੀਂ ਫੁੱਲੀ ਕੰਫਰਟੇਬਲ ਹੋ, ਤਾਂ ਵੀ 15 ਮਿੰਟਸ ਕੋਈ ਜ਼ਿਆਦਾ ਨਹੀਂ ਹੁੰਦੇ ਅਗਰ ਸਾਡੀ ਸਿਲੈਕਸ਼ਨ ਨਾਲ ਰਿਲੇਟਡ ਹੈ। ਸੋ ਦੇਖੀਏ ਜੀ, ਆਪਾਂ ਸਭ ਤੋਂ ਪਹਿਲਾਂ ਰਿੰਗ ਦੀ ਡੈਫੀਨੇਸ਼ਨ ਆਉਂਦੀ ਹੈ। ਬਹੁਤ ਜ਼ਿਆਦਾ ਮਤਲਬ ਮੈਂ ਲੰਬੀ ਚੌੜੀ ਥਿਊਰੀ ਨਹੀਂ ਲਿਖੀ। ਰਿੰਗ ਲਈ ਤੁਸੀਂ ਐਬੀਲੀਅਨ ਗਰੁੱਪ ਅੰਡਰ ਐਡੀਸ਼ਨ ਹੋਣੇ ਚਾਹੀਦੇ ਹੋ, ਕਿਉਂਕਿ ਜਿਹੜੀ ਰਿੰਗ ਸਟਰਕਚਰ ਹੈ ਰਿੰਗ ਦੀ, ਉਹ ਦੋਨਾਂ ਤੇ ਹੁੰਦੀ ਹੈ। ਰਿੰਗ ਅੰਡਰ ਐਡੀਸ਼ਨ ਜਾਂ ਮਲਟੀਪਲੀਕੇਸ਼ਨ ਨਹੀਂ ਹੁੰਦੀ, ਰਿੰਗ ਇਕੱਠੀ ਹੁੰਦੀ ਹੈ। ਅਲਜੈਬਰਿਕ ਸਟਰਕਚਰ ਹੈ ਜਿਹੜੀ ਉਹਦੀ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈਗਾ, ਉਸ ਤੋਂ ਬਾਅਦ ਆਹ ਦੋ ਪ੍ਰੋਪਰਟੀਆਂ ਨੇ, ਇੱਕ 'ਚ ਡਿਸਟਰੀਬਿਊਟ ਕਰ ਰਹੇ ਹਾਂ, ਉੱਪਰ 'ਚ ਐਸੋਸੀਏਟ, ਨੀਚੇ ਡਿਸਟਰੀਬਿਊਟ। ਹਾਂ, ਲੈਫਟ ਰਾਈਟ ਹੁੰਦੀਆਂ ਨੇ, ਕੋਈ ਚੱਕਰ ਨਹੀਂ। ਠੀਕ ਹੈ ਜੀ, ਮੇਨ ਐਗਜ਼ਾਮਪਲਸ ਹੈਗੀਆਂ ਨੇ ਤੁਹਾਡੇ ਕੋਲ ਜਿਹੜੀਆਂ ਰਿੰਗ ਹੋਣਗੀਆਂ, ਯਾਦ ਹੀ ਰੱਖਣੀਆਂ ਨੇ। ਜ਼ੈਡ ਵੀ ਰਿੰਗ ਹੈ, ਕਿਊ ਵੀ ਰਿੰਗ ਬਣਾਉਂਦੀ ਹੈ, ਆਰ ਵੀ ਅਤੇ ਸੀ ਕੰਪਲੈਕਸ ਨੰਬਰ ਵਾਲਾ। ਠੀਕ ਹੈ ਜੀ, ਅਤੇ ਆਹ ਕੰਪਲੈਕਸ ਨੰਬਰ ਦੇ ਵਿੱਚ ਤੁਹਾਡੇ ਪਾਸ ਏ ਪਲੱਸ ਈਓਟਾ ਬੀ, ਏ ਅਤੇ ਬੀ ਦੋਨੋਂ ਇੰਟੀਜਰਸ ਹੋਣ ਤਾਂ ਇਸ ਸਪੈਸੀਫਿਕ ਫਾਰਮ ਨੂੰ ਅਸੀਂ ਗੌਸੀਅਨ ਰਿੰਗ ਕਹਿੰਦੇ ਹਾਂ। ਔਰ ਗੌਸੀਅਨ ਰਿੰਗਸ ਦੇ ਯੂਨਿਟ ਫਾਈਂਡ ਕਰਨੇ ਅਤੇ ਇੱਦਾਂ ਦਾ ਕੁਐਸਚਨ ਲਾਜ਼ਮੀ ਹੁੰਦਾ, ਜੋ ਕਿ ਮੈਂ ਅੱਗੇ ਓਬਜੈਕਟਿਵ ਕੁਐਸਚਨ 'ਚ ਡਿਸਕਸ ਕਰ ਰਿਹਾ। ਸੋ ਗੌਸੀਅਨ ਰਿੰਗ ਇਹਦਾ ਸਪੈਸ਼ਲ ਰੱਖਣਾ। ਆ ਉਹੀ ਤੁਹਾਡੇ ਕੋਲ ਮੋਡਿਊਲੋ ਦੀ ਰਿੰਗ ਹੈਗੀ ਹੈ, ਤੁਹਾਡੇ ਕੋਲ ਜ਼ੈਡ ਮੋਡਿਊਲੋ। ਠੀਕ ਹੈ ਜੀ, ਤੁਹਾਡੇ ਕੋਲ ਅਤੇ ਜਿਹੜੀ M2 ਹੈਗੀ ਹੈ 2x2 ਮੈਟ੍ਰਿਸਿਸ ਦੀ ਰਿੰਗ ਹੈ, ਇਹ ਰਿੰਗਸ ਬਣਾਉਂਦੀਆਂ। ਅਗਰ ਇਸ ਦੇ ਤਹਿਤ ਫੰਕਸ਼ਨ ਡਿਫਾਈਨ ਕੀਤਾ ਹੋਵੇ, ਇਸ ਕੰਪੋਜੀਸ਼ਨ ਦੇ ਤਹਿਤ ਕੰਟੀਨਿਊਸ ਫੰਕਸ਼ਨ, ਤਾਂ ਉਹ ਵੀ ਤੁਹਾਡਾ ਰਿੰਗ ਡਿਫਾਈਨ ਕਰੇਗਾ। ਮਤਲਬ ਇਸ ਕੰਪੋਜੀਸ਼ਨ 'ਤੇ ਕੋਈ ਕੰਟੀਨਿਊਸ ਪੋਲੀਨੋਮੀਅਲ ਫੰਕਸ਼ਨ ਅਗਰ ਆਪਾਂ ਡਿਫਾਈਨ ਕਰ ਦਈਏ ਤਾਂ ਉਹ ਵੀ ਰਿੰਗ ਰਹੇਗਾ। ਇਹ ਆਮ ਥਿਊਰੀ ਹੈ ਜੋ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਦੇ ਹਾਂ ਤੁਹਾਡੇ ਕੋਲ। ਸੋ ਇਸ ਵਿੱਚ ਕੁਛ ਨਹੀਂ, ਬਟ ਪਤਾ ਹੋਣਾ ਚਾਹੀਦਾ ਹੈ। ਔਰ ਸਭ ਤੋਂ ਇੰਪੋਰਟੈਂਟ ਮੈਂ ਉਰੇ ਲਿਖ ਰਿਹਾ, ਇੱਕ ਗੌਸੀਅਨ ਅਤੇ ਇੱਕ ZN, ਇਹਦੇ ਉੱਤੇ ਤੁਸੀਂ ਫੋਕਸ ਕਰਨਾ ਹੈ। ਅਗਰ ਮੈਂ ਕਹਿਦਾ Z5 ਹੈ ਜੀ ਰਿੰਗ ਬਣਾਉਂਦੀ ਹੈ ਤੁਹਾਡੇ ਪਾਸ, ਇਹ 'ਚ ਇਨਵਰਟੀਬਲ ਐਲੀਮੈਂਟਸ ਦੱਸੋ ਤਾਂ ਕਿਵੇਂ ਪਤਾ ਲੱਗਣਗੇ। ਅਗਰ ਮੈਂ ਕਹਿਦਾ ਗੌਸੀਅਨ ਇੰਟੀਜਰ ਦੇ ਇਨਵਰਟੀਬਲ ਐਲੀਮੈਂਟਸ ਦੱਸੋ ਤਾਂ ਦੱਸਾਂ। ਅਗਰ ਮੈਂ ਇਨਵਰਟੀਬਲ ਐਲੀਮੈਂਟ ਦਾ ਅਨਦਰ ਨੇਮ ਕੀ ਹੈ, ਯੂਨਿਟ ਐਲੀਮੈਂਟ ਹੁੰਦਾ। ਅਨਦਰ ਨੇਮ ਕੀ ਹੈ, ਰੈਗੂਲਰ ਐਲੀਮੈਂਟ ਹੁੰਦਾ। ਤਾਂ ਇਹ ਚੀਜ਼ਾਂ ਆਪਾਂ ਨੇ ਡਿਸਕਸ ਕਰਨੀਆਂ ਨੇ। ਤਾਂ ਆਹ ਦੋਨੋਂ ਚੀਜ਼ਾਂ ਮੈਂ ਇੰਪੋਰਟੈਂਟ ਲਿਖੀਆਂ ਨੇ। ਤੁਹਾਨੂੰ ਰਿੰਗ ਦੇ ਉੱਤੇ ਇਹਨਾਂ ਦੋਨਾਂ 'ਚੋਂ ਲਾਜ਼ਮੀ ਕੁਐਸਚਨ ਆਉਣਾ। ਕੀ ਕੁਐਸਚਨ ਆਏਗਾ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹੈਗੇ ਤੁਹਾਡੇ ਕੋਲ। ਠੀਕ ਹੈ ਜੀ, ਸੋ ਰਿੰਗ ਬਾਰੇ ਇੰਟਰੋਡਕਸ਼ਨ ਹੋ ਗਈ ਜੀ। ਰਿੰਗ ਤੋਂ ਬਾਅਦ ਸਾਡੀ ਵਾਰੀ ਆ ਜਾਂਦੀ ਹੈ ਸਬ ਰਿੰਗ ਦੀ। ਸਬ ਰਿੰਗ ਕੀ ਹੁੰਦਾ ਹੈਗਾ, ਰਿੰਗ ਦਾ ਹੀ ਸਬਸੈਟ ਹੁੰਦਾ ਹੈ ਅਤੇ ਆਲ ਦਾ ਪ੍ਰੋਪਰਟੀਜ਼ ਆਫ ਰਿੰਗ ਹੁੰਦੀਆਂ ਨੇ। ਰਿੰਗ ਦਾ ਹੀ ਸਬਸੈਟ ਹੁੰਦਾ ਅਤੇ ਉਸ ਕੋਲ ਰਿੰਗ ਵਾਲੀਆਂ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜੋ ਤੁਹਾਡੇ ਕੋਲ ਰਿੰਗ ਕੋਲ ਹੁੰਦੀਆਂ ਨੇ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈਗਾ, ਵਾਟ ਇਜ਼ ਦੀ ਕੰਡੀਸ਼ਨ। ਠੀਕ ਹੈ ਜੀ, ਕੰਡੀਸ਼ਨ ਕੀ ਨੇ ਤੁਹਾਡੇ ਕੋਲ। ਕੰਡੀਸ਼ਨ ਜਿਹੜੀ ਹੈਗੀ ਹੈ ਤੁਹਾਡੇ ਕੋਲ, ਕੋਈ ਚੀਜ਼ ਸਬ ਰਿੰਗ ਬਣਾਉਂਦੀ ਹੈ, ਉਹਦੀ ਦੋ ਕੰਡੀਸ਼ਨਸ ਹੁੰਦੀਆਂ ਨੇ। ਪਹਿਲੀ, ਅਗਰ A ਅਤੇ B ਉਹਨੂੰ ਬਿਲੋਂਗ ਕਰਦੇ ਨੇ ਤਾਂ ਪ੍ਰੋਡਕਟ ਕਲੋਜ਼ ਕਰੂਗੀ, ਪ੍ਰੋਡਕਟ ਵੀ S ਨੂੰ ਬਿਲੋਂਗ ਕਰੇ। ਅਗਲੀ 'ਚ ਸਬਟਰੈਕਸ਼ਨ ਹੈਗੀ ਹੈ। ਸੋ ਇਹ ਕੰਡੀਸ਼ਨ ਰਿੰਗ ਦੀਆਂ ਹੈਗੀਆਂ ਨੇ ਤੁਹਾਡੇ ਕੋਲ। ਠੀਕ ਹੈ ਜੀ, ਸਬ ਰਿੰਗ ਦੀਆਂ ਕੰਡੀਸ਼ਨਸ ਨੇ ਤੁਹਾਡੇ ਕੋਲ। ਆਲਰੇਡੀ ਤੁਹਾਨੂੰ ਪਤਾ, ਮੈਨੂੰ ਪੱਕਾ। ਹੁਣ ਜਿਹੜੀ ਮੇਨ ਚੀਜ਼ ਆਊਗੀ ਇਹ 'ਤੇ ਆਪਾਂ ਫਿਰ ਫੋਕਸ ਕਰਾਂਗੇ ਤੁਹਾਡੇ ਕੋਲ। ਇੱਕ ਜਿਹੜਾ ਹੈਗਾ ਤੁਹਾਡੇ ਪਾਸ 0 ਐਂਡ ਆਰ ਦਾ ਸਬ ਰਿੰਗਸ, 0 ਅਤੇ R ਪੱਕਾ ਹੀ ਸਬ ਰਿੰਗ ਹੋਣਗੇ। 0 ਨੂੰ ਟਰਾਈਵੀਅਲ ਸਬ ਰਿੰਗ ਕਹਿੰਦੇ ਆ, 0 ਨੂੰ ਕਹਿ ਰਿਹਾ ਹਾਂ, R ਨੂੰ ਨਹੀਂ। 0 ਨੂੰ ਅਸੀਂ ਟਰਾਈਵੀਅਲ ਸਬ ਰਿੰਗ ਦੀ ਸਪੈਸੀਫਿਕਲੀ ਕੈਟੇਗਰੀ ਦੇ ਵਿੱਚ ਰੱਖਦੇ ਹੈਗੇ ਆ ਤੁਹਾਡੇ ਕੋਲ। ਸੋ ਅੱਗੇ ਫਿਰ ਦੋ ਇੰਪੋਰਟੈਂਟ ਚੀਜ਼ਾਂ ਆ ਗਈਆਂ ਜੀ ਤੁਹਾਡੇ ਕੋਲ, ਕਿਉਂਕਿ ਅਸੀਂ ਰਿਵੀਜ਼ਨ ਚੱਲ ਰਹੇ ਹਾਂ। ਅਸੀਂ ਫੰਡਾਮੈਂਟਲਸ ਨਹੀਂ ਸਾਰੇ ਡਿਸਕਸ ਕਰ ਰਹੇ। ਅਸੀਂ ਰਿਵੀਜ਼ਨ ਮੀਨਸ ਕਿ ਮੈਨੂੰ 15 ਮਿੰਟ ਤੁਸੀਂ ਰਿੰਗ ਯਾਦ ਕਰਾ ਦਿਓ, ਮੈਨੂੰ ਆਉਂਦੀ ਆਲਰੇਡੀ, ਮੈਂ BSc MSc ਕੀਤੀ ਹੋਈ ਹੈ। ਠੀਕ ਹੈ ਜੀ, ਸੋ ਆਹ ਚੀਜ਼ ਬਹੁਤ ਇੰਪੋਰਟੈਂਟ ਹੈ। ਐਨੀ ਸਬ ਰਿੰਗ ਆਫ Z ਇਜ਼ ਆਫ ਟਾਈਪ। ਅਗਰ ਮੇਰਾ Z ਹੈ ਤਾਂ ਉਹਦੀ ਸਬ ਰਿੰਗ ਇੱਦਾਂ ਦੀ ਹੋਊਗੀ, NZ, N ਇੰਟੀਜਰ। ਇਹਦਾ ਮਤਲਬ Z ਦੀ ਸਬ ਰਿੰਗ 2Z ਹੋਊਗੀ, 3Z ਹੋਊਗੀ, 4Z ਹੋਊਗੀ। ਇੱਦਾਂ ਦੀਆਂ ਸਬ ਰਿੰਗਸ ਤੁਹਾਡੀਆਂ Z ਦੀਆਂ ਹੋਣਗੀਆਂ। ਸਾਰੀਆਂ Z ਦੀਆਂ ਸਬ ਰਿੰਗਸ ਆਹ ਟਾਈਪ ਹੁੰਦੀਆਂ। ਜੇ ਮੈਂ ਕਹਿਦਾ 1/2Z, ਉਹ ਨਹੀਂ ਹੋਏਗੀ, ਕਿਉਂਕਿ Z ਇੰਟੀਜਰ ਚਾਹੀਦਾ। ਸੋ ਇਹ ਆਪਸ਼ਨ ਇਲੀਮੀਨੇਟ ਲਈ ਤੁਹਾਨੂੰ ਕੰਮ ਆ ਜਾਂਦਾ ਹੈ। ਦੂਜਾ, ਨੰਬਰ ਆਫ ਸਬ ਰਿੰਗਸ ਆਫ ZN ਮੋਡਿਊਲੋ ਵਾਲਾ ਹੈ ਜੀ। ਤੁਹਾਨੂੰ ZN ਆਪਰੇਸ਼ਨਸ ਆਉਂਦੇ ਨੇ। ਜੇ ਕਿਸੇ ਨੂੰ ਨਹੀਂ ਆਉਂਦੇ, ਮੈਂ ਗਰੁੱਪ ਦੇ 2-3 ਵੀਡੀਓ ਬਣਾ ਕੇ ਦਿੱਤੇ ਹੋਏ ਆ, ਉਹ 'ਚ ਮੈਂ ZN ਆਪਰੇਸ਼ਨ ਸਿਖਾਏ ਹੋਏ ਨੇ ਤੁਹਾਡੇ ਕੋਲ। ਮੇਰੇ ਕੋਲ 4 ਵੀਡੀਓ ਹੈਗੀਆਂ ਗਰੁੱਪ ਦੇ। ਸੋ ਨੰਬਰ ਆਫ ਸਬ ਰਿੰਗਸ, ਆਹ ਦੋ ਚੀਜ਼ਾਂ ਯਾਦ ਰੱਖਣੀਆਂ ਜੀ। ਇੱਕ, ਅੱਗੇ ਓਬਜੈਕਟਿਵ ਕੁਐਸਚਨ ਆ ਰਹੇ ਨੇ, ਐਨੀ ਸਬ ਗਰੁੱਪ ਆਫ Z। ਅਗਰ Z ਦਾ ਕੋਈ ਸਬ ਰਿੰਗ ਹੋਏ ਤਾਂ NZ ਟਾਈਪ ਹੀ ਰਹਿਣਾ ਹੈ। ਅਗਰ ਨੰਬਰ ਆਫ ਸਬ ਰਿੰਗ ZN ਦੀਆਂ ਲੈਣੀਆਂ ਹੋਣ ਤਾਂ TON ਲਿਖਦੇ, ਨੰਬਰ ਆਫ ਡਿਵੀਜ਼ਰਸ ਆਫ N। ਠੀਕ ਹੈ, ਤਾਂ ਡਿਵੀਜ਼ਰਸ ਆਫ N ਆਪਾਂ ਆਰਾਮ ਨਾਲ ਕੱਢ ਸਕਦੇ ਹਾਂ ਤੁਹਾਡੇ ਪਾਸ। ਤਾਂ ਆਪਾਂ ਜੇ ਕੁਐਸਚਨ ਲਈਏ ਅੱਗੇ, ਸੋ TON ਦਾ ਕੁਛ ਮਤਲਬ ਨਹੀਂ ਗਾ ਤੁਹਾਡੇ ਕੋਲ। ਨਾ ਚੀਜ਼ ਯਾਦ ਰੱਖਣੀ ਹੈ, ਉਰੇ ਨੋਟੇਸ਼ਨ ਕੋਈ ਵੀ ਹੋ ਸਕਦੀ ਹੈ।
ਜਿੰਨੇ n ਦੇ ਡਿਵੀਜ਼ਰ ਹੋਣਗੇ ਉਹ ਸਾਰੇ zn ਦੇ ਸਬ ਰਿੰਗ ਬਣਾ ਦੇਣਗੇ। ਠੀਕ ਹੈ ਜੀ। ਸੋ ਇਹ ਵੈਰੀ ਵੈਰੀ ਇੰਪੋਰਟੈਂਟ ਚੀਜ਼ ਹੈ ਜੀ। ਠੀਕ ਹੈ, ਜੋ ਸਾਨੂੰ ਗ੍ਰੈਜੂਏਸ਼ਨ 'ਚ ਨਹੀਂ ਪੜ੍ਹਾਉਂਦੇ ਹੈਗੇ ਤੁਹਾਡੇ ਕੋਲ। ਠੀਕ ਹੈ, ਪੋਸਟ ਗ੍ਰੈਜੂਏਸ਼ਨ ਬੇਸ਼ੱਕ ਤੁਸੀਂ ਪੜ੍ਹੀ ਹੋਵੇ। ਹੁਣ ਉਹਦੇ ਉੱਤੇ ਕੁਐਸਚਨ ਆ ਗਿਆ, ਕਹਿੰਦਾ ਨੰਬਰ ਆਫ ਸਬ ਰਿੰਗਸ ਆਫ Z6। ਤੁਸੀਂ ਪਹਿਲਾਂ ਸਟਾਰਟਿੰਗ 'ਚ ਅਗਰ ਮੈਂ ਫਸਟ ਪੇਜ ਦੀ ਗੱਲ ਕਰਾਂ, ਮੈਂ ਤੁਹਾਨੂੰ ਕਹਿ ਕੇ ਆਇਆ ਕਿ Zn ਜਿਹੜਾ ਹੈ ਆ Zn ਰਿੰਗ ਬਣਾਉਂਦਾ ਹੈ। ਠੀਕ ਹੈ ਜੀ। ਜੇ ਰਿੰਗ ਹੋਊਗੀ ਤਾਂ ਰਿੰਗ ਦੀ ਸਬ ਰਿੰਗ ਵੀ ਹੋਊਗੀ ਤੁਹਾਡੇ ਪਾਸ। ਤਾਂ ਜਿਹੜਾ ਹੈਗਾ ਨੰਬਰ ਆਫ ਸਬ ਰਿੰਗਸ ਆਫ Z6, ਤਾਂ Z6 ਦੇ ਕਿੰਨੇ ਸਬ ਰਿੰਗਸ ਹੋਣਗੇ। ਤਾਂ ਤੁਸੀਂ ਬੜੇ ਆਰਾਮ ਨਾਲ ਹੁਣੇ ਤੁਸੀਂ ਇੱਕ ਨੋਟ ਪੜ੍ਹ ਕਰਕੇ ਆਏ ਹੋ ਕਿ ਇਹਦੇ ਜਿਹੜੇ 6 ਦੇ ਡਿਵੀਜ਼ਰਸ ਹੋਣਗੇ, ਤਾਂ 6 ਨੂੰ ਕਿਹਦੇ ਨਾਲ ਡਿਵਾਈਡ ਕੀਤਾ ਜਾ ਸਕਦਾ। 1 ਨਾਲ ਕੀਤਾ ਜਾ ਸਕਦਾ, 2 ਨਾਲ ਕੀਤਾ ਜਾ ਸਕਦਾ, 3 ਨਾਲ ਕੀਤਾ ਜਾ ਸਕਦਾ, ਉਸ ਤੋਂ ਬਾਅਦ 4 ਨਾਲ ਨਹੀਂ ਕੀਤਾ ਜਾ ਸਕਦਾ, 5 ਨਾਲ ਨਹੀਂ ਕੀਤਾ ਜਾ ਸਕਦਾ, 6 ਨਾਲ ਕੀਤਾ ਜਾ ਸਕਦਾ। ਸੋ 4 ਸਬ ਰਿੰਗਸ ਇਹਦੀਆਂ ਜਿਹੜੀਆਂ ਹੋਣਗੀਆਂ। 6 ਵਾਲਾ ਬਰਾਬਰ ਆ ਜਾਏਗਾ, ਬਰਾਬਰ ਵਾਲਾ ਹੁੰਦਾ ਮੈਂ ਕਹਿ ਕੇ ਤਾਂ ਆਇਆ 0 ਐਂਡ RR ਦਾ ਸਬ ਰਿੰਗਸ। ਤਾਂ 5 ਔਰ 4 ਨਹੀਂ ਡਿਵਾਈਡ ਕਰਦੇ 6 ਨੂੰ, ਬਾਕੀ ਤਾਂ ਸਾਰੇ ਕਰਦੇ ਨੇ। ਤਾਂ ਇੰਨੀ ਕੁ ਚੀਜ਼ ਹੈ, ਬਸ ਤੁਸੀਂ ਸਿਰਫ ਇਹ ਦੇਖ ਲੈਣਾ ਵੀ ਜੇ ਉਸਨੇ Z12 ਲਿਖਿਆ ਤਾਂ 12 ਨੂੰ ਕਿੰਨੇ ਡਿਵਾਈਡ ਕਰਦੇ ਨੇ ਤੁਹਾਡੇ ਕੋਲ। ਉਹ ਚੀਜ਼ ਤੁਹਾਡੀ ਜਿਹੜੀ ਹੈਗੀ ਹੈ ਉਹ ਤਾਂ ਫ੍ਰੀ ਦੇ ਨੰਬਰ ਨੇ ਤੁਹਾਡੇ ਕੋਲ। ਸੋ ਇਸ ਚੀਜ਼ ਦਾ ਆਪਾਂ ਨੇ ਖਿਆਲ ਰੱਖ ਲੈਣਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਨੀਚੇ ਕੁਐਸਚਨ ਹੈ, ਕਹਿੰਦਾ ਕਿ E ਬਰਾਬਰ 2Z ਸਬ ਰਿੰਗ ਹੈ, ਈਵਨ ਇੰਟੀਜਰਸ ਨਾਲ ਬਣੀ ਹੈ। ਸਬ ਰਿੰਗ ਕਿਹਦੀ ਹੈ? Z ਦੀ ਹੈ। ਯੂਨਿਟੀ Z ਦੀ 1 ਹੈ ਤੇ ਯੂਨਿਟੀ 2Z ਦੀ ਕੀ ਹੋਏਗੀ? ਠੀਕ ਹੈ, ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਤੁਹਾਡੇ ਕੋਲ। ਔਰ ਅਗਰ ਤੁਸੀਂ MSc ਕੀਤੀ ਹੋਈ ਹੈ, ਤੁਸੀਂ ਸੇ ਨੈਟ ਲਈ ਪ੍ਰਪੇਅਰ ਕਰ ਰਹੇ ਹੋ, ਤਾਂ ਤੁਹਾਨੂੰ ਇਹ ਕੁਐਸਚਨ ਉਹਦੇ ਲਈ ਵੀ ਹੈਲਪਫੁਲ ਹੋਣਗੇ ਅਗਰ ਤੁਸੀਂ ਗੇਟ ਲਈ ਪ੍ਰਪੇਅਰ ਕਰ ਰਹੇ ਹੋ। ਠੀਕ ਹੈ, ਟਾਈਮ ਮਿਲਿਆ ਮੈਂ ਉਹਨਾਂ ਦੀ ਅਲੱਗ ਤੋਂ ਵੀਡੀਓ ਸ਼ੁਰੂ ਕਰ ਦੇਣੀ ਹੈ, ਸੀਰੀਜ਼ ਸ਼ੁਰੂ ਕਰ ਦੇਣੀ, ਬਟ ਸਟਿਲ ਫਿਲਹਾਲ ਆਪਣਾ ਜਿਹੜਾ ਫੋਕਸ ਹੈ ਉਹਦੇ ਉੱਤੇ। ਔਰ ਜਿਹੜੇ ਹੈਗੇ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਡੇ ਪਾਸ ਵੀ ਇਹ ਮਾਸਟਰ ਕੈਡਰ 'ਚ ਆ ਨਹੀਂ ਸਕਦੇ। ਔਰ ਜਿਹੜੀ ਜਿਸ ਤਰ੍ਹਾਂ ਆਪਾਂ ਸੀਰੀਜ਼ ਸਟਾਰਟ ਕੀਤੀ ਹੈ, ਤਾਂ ਸਭ ਤੋਂ ਘੱਟ ਵਿਊ ਉਸ ਵੀਡੀਓ 'ਚ ਆਏ ਨੇ ਜਿਸ ਵੀਡੀਓ 'ਚ +2 ਦਾ ਸੀ। ਇਹਦਾ ਮਤਲਬ ਆਪਾਂ ਮੈਕਸੀਮਮ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਸਾਨੂੰ +2 ਦਾ ਸਾਰਾ ਆਂਦਾ ਹੈ ਤੁਹਾਡੇ ਕੋਲ। ਠੀਕ ਹੈ, ਸਾਨੂੰ ਗ੍ਰੈਜੂਏਸ਼ਨ ਦਾ ਹੀ ਦੱਸਿਆ ਜਾਵੇ। ਠੀਕ ਹੈ ਜੀ, ਕੋਈ ਦਿੱਕਤ ਨਹੀਂ ਗੀ। ਠੀਕ ਹੈ, 5-4 ਟੌਪਿਕ ਮੇਰੇ ਕੋਲ ਆਏ ਹੋਏ ਨੇ ਤੁਹਾਡੇ ਕੋਲ, ਜਿਵੇਂ ਡਾਇਨਾਮਿਕਸ ਕਿਹਾ ਕਿਸੇ ਨੇ। ਠੀਕ ਹੈ ਜੀ, ਵੈਕਟਰ ਸਪੇਸ ਹੈ, ਯੂਲਰ ਪਾਈ ਫੰਕਸ਼ਨ ਹੈ, ਉਹ ਖੈਰ ਵਿੱਚ ਇਹਦੇ ਹੁਣ ਮਾੜਾ ਜਿਹਾ ਯੂਜ਼ ਹੋਊਗਾ। ਦੈਨ ਅਗਰ ਤੁਹਾਨੂੰ ਲੱਗਦਾ ਡਾਇਨਾਮਿਕਸ ਸਟੈਟਿਕਸ ਹੈ। ਠੀਕ ਹੈ ਜੀ। ਸੋ ਅਗਰ ਤੁਹਾਨੂੰ ਲੱਗਦਾ ਤੁਹਾਡਾ ਕੋਈ ਪ੍ਰੋਬਲਮ ਏਰੀਆ ਹੈ, ਤੁਸੀਂ ਉਸ ਦੀ ਰਿਵੀਜ਼ਨ ਕਰਨੀ ਹੈਗੀ ਹੈ ਤੁਹਾਡੇ ਕੋਲ, ਤਾਂ ਜ਼ਰੂਰ ਕਮੈਂਟਸ ਲਿਖ ਦਿਓ। ਅਗਰ ਮੌਕਾ ਮਿਲਿਆ, ਟਾਈਮ ਮਿਲਿਆ, ਤਾਂ ਆਪਾਂ ਸ਼ਿਓਰਲੀ ਬਣਾ ਲਾਂਗੇ ਉਹਦੇ ਉੱਤੇ। ਔਰ ਕੋਈ ਅਨਨੈਸੈਸਰੀ ਡਿਟੇਲ ਨਹੀਂ, ਜੋ ਪੇਪਰ 'ਚ ਆਉਣ ਵਾਲੀਆਂ ਚੀਜ਼ਾਂ ਸਿੱਧੀਆਂ, ਮਤਲਬ ਟਾਈਮ ਪਾਸ ਨਹੀਂ ਹੈ ਤੁਹਾਡੇ ਕੋਲ ਇਹ। ਠੀਕ ਹੈ ਜੀ। ਸੋ ਬਹੁਤ ਮਿਹਨਤ ਨਾਲ ਵੀਡੀਓ ਬਣਦਾ ਹੈ ਤੁਹਾਡੇ ਕੋਲ, ਇਸ ਕਰਕੇ ਕਿ ਇਹਦਾ ਫੋਕਸ ਹੈ ਕਿ ਜਿਹੜਾ ਦੇਖ ਰਿਹਾ ਡੈਫੀਨੇਟਲੀ ਉਹ ਪੇਪਰ ਕਰੈਕ ਕਰ ਜਾਵੇ। ਸੋ ਤੁਹਾਨੂੰ ਕੀ ਕਹਿ ਰਿਹਾ, ਕਹਿੰਦਾ ਤੁਹਾਡੇ ਪਾਸ ਬਈ ਜਿਹੜਾ ਹੈਗਾ ਇਹ 2Z ਹੈ ਜਿਹੜਾ ਤੁਹਾਡੇ ਕੋਲ, ਉਹ ਸਬ ਰਿੰਗ ਹੈਗਾ ਹੈ ਜਿਹੜਾ ਇੰਟੀਜਰਸ ਦਾ। ਅਤੇ ਜੇ ਰਿੰਗ ਦੀ ਯੂਨਿਟੀ 1 ਹੈ ਤਾਂ 2Z ਦੀ ਕੀ ਹੋਏਗੀ? ਹੁਣ ਚੱਕਰ ਕੀ ਪੈ ਜਾਂਦਾ ਹੈਗਾ ਤੁਹਾਡੇ ਕੋਲ, ਆਪਾਂ ਨੂੰ ਇੱਕ ਜਿਹੜਾ ਨਾ ਆਪਣੇ ਇੱਕ ਦਿਮਾਗ 'ਚ ਜਿਹੜੀ ਗਰੁੱਪ ਵਾਲੀ ਮਿਸਕਨਸੈਪਸ਼ਨ ਬਣੀ ਹੁੰਦੀ ਹੈ ਕਿ ਜੇ ਗਰੁੱਪ ਵਿੱਚ ਆਪਾਂ ਕਹਿ ਦਈਏ ਕਿ E ਆਇਡੈਂਟੀ ਹੈ, ਤਾਂ ਮਤਲਬ ਆਪਾਂ ਗਰੁੱਪ ਦੇ ਵਿੱਚ ਕਹਿ ਦਈਏ ਕਿ E ਆਇਡੈਂਟੀ ਹੈ, ਸਿੰਪਲੀ ਤੁਸੀਂ ਐਵੇਂ ਲੈਂਦੇ। ਤਾਂ ਚਲੋ H ਇੱਕ ਸਬ ਗਰੁੱਪ ਹੈ, ਗਰੁੱਪ ਦੀ ਆਇਡੈਂਟੀ E ਹੈ। ਠੀਕ ਹੈ, ਤਾਂ H ਇੱਥੇ ਡਿਫਰੈਂਟ ਆਇਡੈਂਟੀ ਨਹੀਂ ਲੈ ਸਕਦਾ ਸੀ, ਕਿਉਂਕਿ ਜੇ H ਡਿਫਰੈਂਟ ਆਇਡੈਂਟੀ ਲੈ ਲੈਂਦਾ ਤੁਹਾਡੇ ਕੋਲ, ਦੈਨ ਤੁਹਾਡੇ ਕੋਲ ਗਰੁੱਪ ਕੋ 2 ਹੋ ਜਾਂਦੀਆਂ। ਤਾਂ ਗਰੁੱਪ ਔਰ ਸਬ ਗਰੁੱਪ ਆਇਡੈਂਟੀ ਸੇਮ ਲੈਂਦੇ ਹੁੰਦੇ, ਉਹ ਮਿਸਕਨਸੈਪਸ਼ਨ ਬੰਦੇ ਦੀ ਰਿੰਗ ਵਿੱਚ ਵੀ ਚੱਲੀ ਜਾਂਦੀ ਹੈ, ਜਦਕਿ ਰਿੰਗ 2 ਸਟਰਕਚਰਸ 'ਤੇ ਚੱਲਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਹੁਣ ਇਹ ਕੁਐਸਚਨ ਜਿਹੜਾ ਕਹਿ ਰਿਹਾ ਤੁਹਾਡੇ ਕੋਲ, ਇਸ ਕੁਐਸਚਨ ਦੇ ਵਿੱਚ ਅਗਲਾ ਕਹਿ ਰਿਹਾ ਤੁਹਾਡੇ ਕੋਲ ਬਈ ਆਪਾਂ ਨੂੰ ਤੁਹਾਡੇ ਕੋਲ ਬਈ ਇੱਕ 2Z ਈਵਨ ਨੰਬਰ ਹੈਗਾ ਇਹ ਤੁਹਾਡੇ ਕੋਲ, ਅਤੇ ਉਹਦੀ ਯੂਨਿਟੀ ਤੁਸੀਂ ਦੱਸਣੀ ਹੈ, ਅਤੇ Z ਦੀ ਯੂਨਿਟੀ 1 ਹੈ। ਹੁਣ ਬਾਈ ਚਾਂਸ ਜਿਹੜਾ ਹੈਗਾ ਤੁਹਾਡੇ ਕੋਲ ਤੁੱਕਾ ਮਾਰਨ ਵਾਲਾ ਬੰਦਾ ਜਾਂ ਤਾਂ ਕਹੂਗਾ ਕਿ ਸਬ ਰਿੰਗ ਦੀ ਯੂਨਿਟੀ ਵੀ ਉਹੀ ਹੋਣੀ ਚਾਹੀਦੀ ਹੈ ਜੋ ਰਿੰਗ ਦੀ। ਸੋ ਇਹ ਤਾਂ ਆਪਸ਼ਨ ਵੈਸੇ ਹੀ ਗਲਤ ਹੈ ਤੁਹਾਡੇ ਕੋਲ। ਠੀਕ ਹੈ ਜੀ। ਯੂਨਿਟੀ ਦਾ ਮਤਲਬ ਕੀ ਹੈ? ਯੂਨਿਟ ਐਲੀਮੈਂਟ ਹੁੰਦਾ ਕੀ ਹੈ? ਯੂਨਿਟ ਐਲੀਮੈਂਟ ਹੁੰਦਾ A ਨੂੰ E ਨਾਲ ਜਾਂ E ਨੂੰ A ਨਾਲ ਗੁਣਾ ਕਰੇ ਤਾਂ ਮੁੜ A ਆਵੇ। ਤਾਂ ਤੁਸੀਂ ਮੈਨੂੰ ਦੱਸੋ ਈਵਨ ਨੰਬਰ ਨੂੰ ਮੈਂ ਕਾਹਦੇ ਨਾਲ ਗੁਣਾ ਕਰਾਂ? ਮੈਂ ਜੇ 1 ਨਾਲ ਗੁਣਾ ਕਰਾਂ ਤਾਂ ਠੀਕ ਹੈ ਤੁਹਾਡੇ ਪਾਸ, ਪਰ 1 ਤਾਂ ਈਵਨ ਨੰਬਰ ਨੂੰ ਬਿਲੋਂਗ ਨਹੀਂ ਕਰਦਾ ਨਾ, 1 ਤਾਂ ਈਵਨ ਨੰਬਰ ਨੂੰ ਨਹੀਂ ਬਿਲੋਂਗ ਕਰ ਰਿਹਾ 2Z ਨੂੰ। ਤਾਂ ਇਹਦਾ ਮਤਲਬ ਇਹਦੀ ਜਿਹੜੀ ਹੈਗੀ ਹੈ ਆਇਡੈਂਟੀ ਹੁੰਦੀ ਹੀ ਨਹੀਂ ਹੈ। ਸੋ ਮਿਸਕਨਸੈਪਸ਼ਨ ਦਿਮਾਗ ਵਿੱਚੋਂ ਕੀ ਕੱਢਣੀ ਹੈ? ਮਿਸਕਨਸੈਪਸ਼ਨ ਦਿਮਾਗ ਵਿੱਚੋਂ ਇਹ ਕੱਢਣੀ ਹੈ ਬਈ ਉਹ ਜਿਹਨੂੰ ਤੁੱਕਾ ਤਰੀਕਾ ਕਹਿੰਦੇ ਆ ਤੁਹਾਡੇ ਕੋਲ, ਬਈ Z ਦੀ ਯੂਨਿਟੀ ਹੈ, ਵੱਡਾ Z ਹੈ,
2z ਇਹਦਾ ਹੈ ਤਾਂ ਇਹਦੀ ਯੂਨਿਟੀ ਇਹਦੇ ਕੰਮ ਆ ਜਾਣੀ ਹੈ ਤੁਹਾਡੇ ਪਾਸ, ਜਾਂ ਫਿਰ 2 ਟਾਈਮਸ ਹੈ ਤਾਂ ਇਹਦੀ ਯੂਨਿਟੀ 2 ਲਾ ਲਓ। ਸੋ ਐਸਾ ਨਹੀਂ ਹੈ ਤੁਹਾਡੇ ਪਾਸ ਇਹ ਰਿੰਗ, ਮਤਲਬ ਸਿੰਪਲ ਜੀ ਗੱਲ ਹੈ, ਯੂਨਿਟੀ ਆਫ ਰਿੰਗ ਐਂਡ ਸਬ ਰਿੰਗ ਮੇ ਔਰ ਮੇ ਨਾਟ ਵੀ ਸੇਮ। ਇੱਥੇ ਇੱਕ ਨੋਟ ਪਾ ਲਿਓ ਤੁਹਾਡੇ ਕੋਲ ਜਿਹੜਾ ਹੈਗਾ ਯੂਨਿਟੀ ਆਫ ਰਿੰਗ ਐਂਡ ਸਬ ਰਿੰਗ मे और मे नॉट सेम। से ज़रूरी है, ऐसी पॉसिबिलिटी भी है रिंग हैज़ यूनिटी दैन सब रिंग मे नॉट हैव यूनिटी। मतलब आ वाली चीज़ है रिंग हैव यूनिटी, मतलब आप कह दिए रिंग हैव यूनिटी बट सब रिंग नॉट। सो ऐसी पॉसिबिलिटी भी है, एक दोनों की डिफरेंट यूनिटी भी हो सकती है। सो इस कंसैप्ट का ख्याल रखना, इसके उत्ते लाजमी पेपर में कुछ ना कुछ जोड़ा है तो पूछा जा सकता है, क्योंकि जे तुसी प्रीवियस ईयर पेपर्स देखे हो तो 3-4 स्टेटमेंटा होंदियां ने तो तुहानूं पूछा जाता तुहाडे पास ये वाली स्टेटमेंट किहड़ी है तो तुहाडे कोल किहड़ी है, बस ये ख्याल रखना। ठीक है जी। हुण आपां अगे फिर थोरैटिकल डिटेल ते आ गए थोड़ी जी तुहाडे कोल जिहड़ी सानूं चाहीदी है। क्वेश्चन डेफिनेटली आ रहा है, घबराओ ना। सम ऑफ 2 सब रिंग्स नॉट ए सब रिंग, तो जे सब रिंग जोड़ो जरूरी नहीं तो पास सब रिंग हो आइडियल हो जाते होंगे, आइडियल अगले लेक्चर कवर करेंगे। इंटरसैक्शन सब रिंग्स की श्योरली सब रिंग होंगी है। अगर मैं सेंटर ऑफ रिंग डिफाइन करा, सेंटर ऑफ रिंग वही ए आर कमोटेटिव आर ए, ठीक है। कमोटेटिव जिमें तुसी ग्रुप का सेंटर किया उस तरह का सेंटर होंगे, सेंट्रलाइजर और नॉर्मलाइजर ग्रुप तुसी पढ़े हैं। तो जो सेंटर ऑफ रिंग होंगे ये भी सब रिंग की प्रॉपर्टी सैटिस्फाई करता। सो सेंटर ऑफ रिंग सब रिंग की प्रॉपर्टी सैटिस्फाई करता। जस्ट ये प्रॉपर्टीज़ तुसी रिवाइज करनियां ने बस। उस तो बाद जो कमोटेटिव रिंग होंगे वो एक्सट्रा प्रॉपर्टी की आ जाती है, ए बी इज इक्वल टू बी आ जाता है। अगर यूनिटी भी नाल आ गया तो कमोटेटिव रिंग विद यूनिटी हो जाएगा, अगर यूनिटी नहीं है तो कल्ला कमोटेटिव रिंग है। ठीक है। ये इत्थे हुण एक आ पॉइंट, अगर रिंग ऑफ प्राइम ऑर्डर होवे, जे किसी रिंग का प्राइम ऑर्डर होवे ना तो पक्का कमोटेटिव होएगा, इसका ख्याल रखना। इस ते नेट विच भी क्वेश्चन पूछे गए हैं, मतलब सीधा नहीं है, नहीं पूछता भी ट्रू है कि फाल्स है, बट वो बना लेंगे ऐसी सिचुएशन की किते ना किते काम आ जाती है तुहाडे कोल। ठीक है जी। उस तो बाद जोड़ा है तुहाडे कोल, सो तुहानूं पता लग गया जी। हुण रिंग तुहानूं पता लग गया, कमोटेटिव रिंग तुहानूं पता लग गया, यूनिटी वाला रिंग तुहानूं पता लग गया, ए इज इक्वल टू ई अगर यूनिटी होंदी है। तो डिवीजन रिंग या सक्यू रिंग किनूं कहंदे ने? डिवीजन रिंग या सक्यू रिंग हुंदा कि रिंग विद यूनिटी होवे ते हरेक नॉन जीरो एलीमेंट मल्टीप्लिकेटिव पोसैस आप इनवर्स पोसैस करे। डिवीजन रिंग ते फील्ड विच बस सिर्फ एक कमोटेटिविटी का फर्क हुंदा जी, ख्याल रखना। ये डिवीजन रिंग है, डिवीजन रिंग या सक्यू रिंग। डिवीजन रिंग की हुंदा? रिंग होवे विद यूनिटी होवे ते हरेक नॉन जीरो एलीमेंट मल्टीप्लिकेटिव इनवर्स पोसैस करे। ये थोड़ी डिवीजन रिंग ते सक्यू रिंग की डेफिनेशन है। एक तरीका डिवीजन रिंग नूं आ प्रूव करन दा हुंदा है, दूजा तरीका जे इस तरह की डेफिनेशन ना आवे तो फिर तुहाडे कोल एक अगली ऑप्शन भी रिंग वाली हुंदी है। कोई रिंग ऐसा होवे जिहदे विच AX इक्वल टू B यूनीक सोल्यूशन दवे तां भी जिहड़ी हैगी है, तो दैन ये जिहड़ी हैगी है रिंग है, ये तुहाडे पास डिवीजन रिंग बनाऊगी तुहाडे कोल। सो इस चीज़ का भी आपां ने थोड़ा जिहा ख्याल रखना हैगा तुहाडे कोल। ठीक है जी। सो मतलब आ मैं रिंग लिखिया, इत्थे मैं डिवीजन रिंग करदा, डिवीजन रिंग। कारण जे तुसी सोचो, कारण जे कहता इहदा यूनीक सोल्यूशन निकलता है, जे इहदा यूनीक सोल्यूशन निकलता, सोल्यूशन निकालने लई एक्स नूं परले पासे लैके जाओगे ना, ए नूं, जे ए नूं परले पासे लैके जाओगे तो ए नूं इनवर्टिबल करोगे। उही तो कह रहे हैं तुहाडे पास भी तुसी रिंग होवे विद यूनिटी होवे तो इनवर्स निकल जाए तुहाडे पास। ठीक है जी। तो यदा मतलब तुहाडे पास जिहड़ा हैगा है, अगर इस तरह की इक्वेशन का सोल्यूशन भी यूनीक निकलता है तां भी तुसी डिवीजन रिंग होगे। ये नोट कर लो, ये कईयां नूं नहीं पता होना, डेफिनेशन तो सारिਆਂ ਨੂੰ आती है। देखो मैथ विच पॉइंट ऑफ सैचुरेशन नहीं हुंदा, तुसी जिन्ना मर्जी पढ़ लो। ठीक है जी। तुहाडे कोल तुसी जिहड़ा हैगा ये नहीं कह सकते कि हुण मैनूं बहुत आउण लग गया, जां सानूं इन्नी देर पढ़ाउंदे नूं हो गई, असीं ये क्लेम नहीं कर सकते कि मैनूं बहुत आउण लग गया। ठीक है। क्योंकि तुसी जिन्ना जिन्ना पढ़ी जाओगे उन्नी उन्नी वैक्यूम क्रिएट हो जाती हुंदी भी, हजे तो आ भी सीखना बाकी है, हाले तो आ भी सीखना बाकी है। ठीक है जी। सो लर्निंग नूं बिल्कुल सीरीयसली लो। तुहाडे कोल की है क्वेश्चन अगे आते हैं, प्योरली क्वेश्चन बेस नहीं ना मैं कर सकता, अद्धे बच्चों नूं समझ नहीं आता फिर, क्योंकि मैनूं जिहड़े मैसेजेस आते हैं उहदे विच हुंदा भी थोड़ी जी थ्योरी दस्सिओ, किस दा आंदा थ्योरी जी ना दस्सिओ, जिन्नी क क्वेश्चन नूं चाहीदी है उन्नी की दस रहे हैं।
ठीक है जी। ਹੁਣ ਆਪਾਂ ਨੇ ਕੀ ਕਿਹਾ, ਡਿਵੀਜ਼ਨ ਰਿੰਗ ਕਿਹਨੂੰ ਕਹਿੰਦੇ ਨੇ, ਰਿੰਗ ਹੋਵੇ ਵਿਦ ਯੂਨਿਟੀ ਹੋਵੇ ਤੇ ਨਾਨ ਜ਼ੀਰੋ ਐਲੀਮੈਂਟ ਮਲਟੀਪਲੀਕੇਟਿਵ ਇਨਵਰਸ ਪੋਜੈਸ ਕਰੇ। ਅਬ ਤੁਹਾਡੇ ਪਾਸ ਜਿਹੜਾ ਹੈਗਾ ਯੂਨਿਟ ਐਲੀਮੈਂਟ ਕੀ ਹੁੰਦਾ, ਰੈਗੂਲਰ ਐਲੀਮੈਂਟ, ਇਨਵਰਟਿਵ ਵੈਲਿਊ ਐਲੀਮੈਂਟ, ਇਹ ਉਹ ਐਲੀਮੈਂਟ ਹੁੰਦੇ ਨੇ ਤੁਹਾਡੇ ਕੋਲ ਜਿਨ੍ਹਾਂ ਦਾ ਇਨਵਰਸ ਐਗਜ਼ਿਸਟ ਕਰਦਾ ਹੈ। ਅਬ ਡਿਵੀਜ਼ਨ ਰਿੰਗ ਕਦੋਂ ਫੀਲਡ ਬਣਦੀ ਹੈ, ਅਗਰ ਕਮੂਟੇਟਿਵਿਟੀ ਆ ਜਾਵੇ ਤੁਹਾਡੇ ਪਾਸ ਡਿਵੀਜ਼ਨ ਰਿੰਗ ਉਦੋਂ ਫੀਲਡ ਬਣਦੀ ਹੈ, ਖਿਆਲ ਰੱਖਣਾ। ਔਰ ਸਭ ਤੋਂ ਮੇਨ ਪ੍ਰੋਪਰਟੀ ਆ ਹੈ ਜ਼ੈਡ ਮੋਡਿਊਲੋ ਵਾਲਾ ਜ਼ੈਡ ਫੀਲਡ ਉਦੋਂ ਬਣਾਊਗਾ ਜਦੋਂ ਇੱਥੇ ਪੀ ਪ੍ਰਾਈਮ ਹੋਊਗਾ। ਮਾਨੇ ਜ਼ੈਡ 5 ਫੀਲਡ ਬਣਾ ਦੂ, ਜ਼ੈਡ 6 ਫੀਲਡ ਨਹੀਂ ਬਣਾ ਸਕਦਾ। ਮਤਲਬ ਜੇ ਤੁਸੀਂ ਉਰੇ 5 ਪਾਤਾ ਤਾਂ ਇਹ ਤਾਂ ਫੀਲਡ ਬਣਾ ਦੂਗਾ ਕਿਉਂਕਿ ਪ੍ਰਾਈਮ ਹੈ। ਜੇ ਤੁਸੀਂ ਜ਼ੈਡ 6 ਪਾਤਾ ਤਾਂ ਫਿਰ ਇਹ ਨੋਟ ਫੀਲਡ ਹੈ। ਇਹਦਾ ਮਤਲਬ ਇਹਦਾ ਕਿਤੇ ਨਾ ਕਿਤੇ ਮਲਟੀਪਲੀਕੇਟਿਵ ਇਨਵਰਸ ਦੀ ਪ੍ਰੋਬਲਮ ਆ ਜੂਗੀ ਜਾਂ ਕੁਝ ਹੋਰ ਹੋ ਜੂਗਾ। ਠੀਕ ਹੈ ਜੀ। ਸੋ ਇਹ ਵਾਲਾ ਪੁਆਇੰਟ ਇਸ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਫੀਲਡ ਲੈਣੀ ਹੈ ਕਿਉਂ ਫੀਲਡ ਬਣਾਉਂਦੀ ਹੈ ਤੁਹਾਡੇ ਪਾਸ। ਅਸੀਂ ਜੇ ਮੈਂ ਤੁਹਾਨੂੰ ਕਹਾਂ ਜ਼ੈਡ ਫੀਲਡ ਕਿਉਂ ਨਹੀਂ ਬਣਾਉਂਦੀ ਹੈ ਕਿ ਜ਼ੈਡ 'ਚ ਕਿਹੜੇ ਐਲੀਮੈਂਟ ਨੂੰ ਉਲਟਾਓਗੇ। ਠੀਕ ਹੈ, ਜੇ ਜ਼ੈਡ ਨੂੰ 2 ਹੈ, 2 ਨੂੰ ਇੰਟੀਜਰ ਨੂੰ ਉਲਟਾਓਗੇ ਤਾਂ 1/2 ਆ ਜੂ, 1/2 ਲਿਆਓਗੇ ਕਿੱਥੋਂ ਇੰਟੀਜਰ 'ਚ। ਠੀਕ ਹੈ ਜੀ। ਸੋ ਇਹ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਕੀ ਫੀਲਡ ਵਿੱਚ ਆਏ, ਆਹ ਮੇਨ ਪੁਆਇੰਟ ਸੀਗਾ। ਠੀਕ ਹੈ ਜੀ। ਸੋ ਨੈਕਸਟ ਆਪਾਂ ਕੁਐਸਚਨਸ 'ਤੇ ਆਉਂਦੇ ਹਾਂ। ਠੀਕ ਹੈ ਜੀ। ਸੋ ਆਹ ਮਾਸਟਰ ਕੈਡਰ ਦੇ ਹਿਸਾਬ ਨਾਲ ਬੜੇ ਠੀਕ ਠਾਕ ਇੰਪੋਰਟੈਂਟ ਕੁਐਸਚਨ ਨੇ ਜੀ। ਤਾਂ ਕੁਐਸਚਨ ਕੀ ਕਹਿ ਰਿਹਾ ਤੁਹਾਡੇ ਕੋਲ, ਅਗਰ ਉਸ ਦੇ ਰਿਲੇਟਿਵਲੀ ਕੋਈ ਨਾਲ ਉਹਦੇ ਐਗਜ਼ਾਮਪਲ ਸੈੱਟ ਬਹਿੰਦੀ ਹੋਈ ਤਾਂ ਮੈਂ ਐਗਜ਼ਾਮਪਲ ਵੀ ਡੈਫੀਨੇਟਲੀ ਕੋਟ ਕਰ ਦੂੰਗਾ ਤੁਹਾਡੇ ਕੋਲ। ਤੁਸੀਂ ਕੁਐਸਚਨ ਦੇਖੋ ਅਤੇ ਜਿਸਨੇ ਤੁਹਾਡੇ ਪਾਸ ਜਿਹੜਾ ਹੈਗਾ ਜਿਸਨੇ ਥਿਊਰੀ ਪੜ੍ਹੀ ਹੋਈ ਹੈ ਉਹ ਬਿਲਕੁਲ ਤੁਹਾਡੇ ਕੋਲ ਸਿੱਧਾ ਆਨਸਰ ਲਾ ਦੇਗਾ। ਕਹਿੰਦਾ ਇੱਕ ਐਲੀਮੈਂਟ ਹੈ ਨੋਨ ਜ਼ੀਰੋ ਹੈ। ਠੀਕ ਹੈ। ਬੀ ਕਮੂਟੇਟਿਵ ਰਿੰਗ। ਠੀਕ ਹੈ, ਕਮੂਟੇਟਿਵ ਰਿੰਗ 'ਚ ਅਤੇ ਕਮੂਟੇਟਿਵ ਰਿੰਗ ਇੰਟੈਗਰਲ ਡੋਮੇਨ ਕਦੋਂ ਹੋਏਗੀ। ਠੀਕ ਹੈ ਜੀ। ਇੰਟੈਗਰਲ ਡੋਮੇਨ 'ਚ ਜ਼ੀਰੋ ਡਿਵੀਜ਼ਰਸ ਨਹੀਂ ਹੁੰਦੇ। ਅਗਲਾ ਕੁਐਸਚਨ ਪੜ੍ਹਦੇ ਹਾਂ ਪਹਿਲਾਂ, ਫਿਰ ਇੱਥੋਂ ਵਾਪਸ ਆ ਜਾਂਦੇ ਹਾਂ ਤੁਹਾਡੇ ਕੋਲ। ਕਹਿੰਦਾ ਇਹ ਰਿੰਗ ਇਜ਼ ਇੰਟੈਗਰਲ ਡੋਮੇਨ। ਕਹਿੰਦਾ ਇੱਕ ਰਿੰਗ ਹੈ ਉਹ ਇੰਟੈਗਰਲ ਡੋਮੇਨ ਹੈ, ਕਦੋਂ ਹੋਏਗੀ ਤੁਹਾਡੇ ਪਾਸ ਰਿੰਗ, ਕਦੋਂ ਇੰਟੈਗਰਲ ਡੋਮੇਨ ਹੋਏਗੀ। ਠੀਕ ਹੈ, ਰਿੰਗ ਤਾਂ ਹੈਗੀ ਹੈ, ਇੰਟੈਗਰਲ ਡੋਮੇਨ ਕਦੋਂ ਹੋਏਗੀ। ਇੱਕੋ ਕਮੂਟੇਟਿਵ ਹੋਣੀ ਚਾਹੀਦੀ ਹੈ, ਕਮੂਟੇਟਿਵ ਐਚ ਵੀ ਹੈ, ਐਚ ਵੀ ਹੈ, ਐਚ ਵੀ ਹੈ। ਤਾਂ ਲਾਸਟ ਵਾਲੀ ਆਪਸ਼ਨ ਤਾਂ ਵੈਸੇ ਕੱਟ ਗਈ। ਦੂਜਾ ਹੁੰਦਾ ਤੁਹਾਡੇ ਪਾਸ ਵਿਦਾਊਟ ਜਿਹੜਾ ਹੈਗਾ ਤੁਹਾਡੇ ਪਾਸ ਜ਼ੀਰੋ ਡਿਵੀਜ਼ਰਸ। ਠੀਕ ਹੈ ਜੀ, ਉਹਦੇ ਵਿੱਚ ਜਿਹੜੇ ਹੈਗੇ ਨੋ ਜ਼ੀਰੋ ਡਿਵੀਜ਼ਰਸ ਹੋਣੇ ਚਾਹੀਦੇ ਨੇ। ਤਾਂ ਇਹ ਉਹ ਆਹ ਵਾਲੀ ਆਪਸ਼ਨ ਆਊਗੀ ਤੁਹਾਡੇ ਪਾਸ ਵਿਦਾਊਟ ਜ਼ੀਰੋ ਡਿਵੀਜ਼ਰਸ। ਠੀਕ ਹੈ ਜੀ। ਸੋ ਅਗਰ ਕੋਈ ਚੀਜ਼ ਇੰਟੈਗਰਲ ਡੋਮੇਨ ਹੈ, ਕੋਈ ਰਿੰਗ ਇੰਟੈਗਰਲ ਡੋਮੇਨ ਹੈ ਤਾਂ ਉਹ 'ਚ ਜ਼ੀਰੋ ਡਿਵੀਜ਼ਰਸ ਜਿਹੜੇ ਨਹੀਂ ਹੋਣੇ ਚਾਹੀਦੇ। ਕੀ ਨਹੀਂ ਹੋਣਾ ਚਾਹੀਦਾ, ਜ਼ੀਰੋ ਡਿਵੀਜ਼ਰਸ ਨਹੀਂ ਹੋਣੇ ਚਾਹੀਦੇ। ਹੁਣ ਬੰਦਾ ਕਹਿੰਦਾ ਕਿ ਜ਼ੀਰੋ ਡਿਵੀਜ਼ਰ ਦੀ ਡੈਫੀਨੇਸ਼ਨ ਕੀ ਹੈਗੀ ਤੁਹਾਡੇ ਕੋਲ। ਠੀਕ ਹੈ ਜੀ। ਹੁਣ ਬੜਾ ਧਿਆਨ ਨਾਲ ਦੇਖਣਾ, ਜ਼ੀਰੋ ਡਿਵੀਜ਼ਰ ਦੇ ਵਿੱਚ ਕੀ ਹੁੰਦਾ, ਇੱਕ ਨੋਨ ਜ਼ੀਰੋ ਏ ਹੁੰਦਾ ਹੈਗਾ, ਉਹ ਕਿਸੇ ਨੋਨ ਜ਼ੀਰੋ ਬੀ ਨਾਲ ਮਲਟੀਪਲਾਈ ਕਰਦਾ ਬਟ ਰਿਜ਼ਲਟ ਜ਼ੀਰੋ ਦੇ ਦਿੰਦਾ ਤੁਹਾਡੇ ਕੋਲ। ਠੀਕ ਹੈ ਜੀ। ਹੁਣ ਬੰਦਾ ਬੜਾ ਹੈਰਾਨ ਹੁੰਦਾ ਤੁਹਾਡੇ ਕੋਲ, ਬਈ ਇਹ ਕੀ ਹੋਇਆ ਤੁਹਾਡੇ ਕੋਲ। ਅਗਰ ਆਪਾਂ ਜ਼ੀਰੋ ਡਿਵੀਜ਼ਰ ਦੀ ਗੱਲ ਕਰੀਏ, ਠੀਕ ਹੈ ਜੀ। ਸੋ ਆ ਮੇਰੀ ਠੀਕ ਹੈ ਸਿੱਧੀ ਡੈਫੀਨੇਸ਼ਨ ਹੈ, ਉਰੇ ਲਿਖਿਆ ਨੋ ਜ਼ੀਰੋ ਡਿਵੀਜ਼ਰ। ਅਤੇ ਜ਼ੀਰੋ ਡਿਵੀਜ਼ਰ ਦੇ ਵਿੱਚ ਕੀ ਹੁੰਦਾ, ਜ਼ੀਰੋ ਡਿਵੀਜ਼ਰ ਦੇ ਵਿੱਚ ਇਹ ਤਾਂ ਤੁਸੀਂ ਪਹਿਲਾਂ ਹੀ ਨੋਨ ਜ਼ੀਰੋ ਲਿਆ, ਏ ਅਤੇ ਬੀ ਦੀ ਪ੍ਰੋਡਕਟ ਜ਼ੀਰੋ ਹੁੰਦੀ ਹੈ, ਬੀ ਵੀ ਨੋਨ ਜ਼ੀਰੋ ਹੁੰਦਾ, बी भी नॉन जीरो होंगे। तो ऐसी पॉसिबिलिटी इंटीजर्स नहीं है, अदरवाइज ऐसी पॉसिबिलिटी है। किदा है मैं थोनू लिखा, मैं Z 12 दसा, मैं थोनू Z 12 ਦੇ ਵਿੱਚ 2 ਤੇ 6 ਦੀ ਗੁਣਾ ਕਰਾਂ, 2 ਤੇ 6 ਦੀ ਗੁਣਾ ਕਿੰਨੀ ਆ ਗਈ ਜੀ 12 ਆ ਗਈ ਤੁਹਾਡੇ ਪਾਸ। 2 ਤੇ 6 ਦੋਨੋਂ ਨॉन ਜ਼ੀਰੋ ਹੈਗੇ, Z ਦੋਨਾਂ ਦੀ ਮਲਟੀਪਲਾਈ ਕੀਤੀ 12, 12 ਨੂੰ 12 ਨਾਲ ਡਿਵਾਈਡ ਕਰਕੇ ਰਿਮਾਈਂਡਰ ਲਿਖੀ ਦਾ, ਆਨਸਰ ਕੀ ਆ ਗਿਆ 0। ਇਹਦਾ ਮਤਲਬ ਤੁਹਾਡੇ ਕੋਲ ਇਹਦੇ ਵਿੱਚ 12 ਵਿੱਚ ਜ਼ੀਰੋ ਡਿਵੀਜ਼ਰਸ ਹੈਗੇ ਨੇ। ਦੋ ਨॉन ਜ਼ੀਰੋ ਚੀਜ਼ਾਂ ਦੀ ਗੁਣਾ ਜ਼ੀਰੋ ਹੋਣੀ ਚਾਹੀਦੀ ਹੈ ਤੁਹਾਡੇ ਕੋਲ, ਔਰ ਜਾਂ ਤੁਹਾਨੂੰ ਇਹ ਮੋਡਿਊਲੋ ਸਿਸਟਮ 'ਚ ਮਿਲੂਗੀ ਜਾਂ ਫਿਰ ਮੈਟ੍ਰਿਸਿਸ ਦੇ ਵਿੱਚ ਵੀ ਮਿਲਦੀ ਹੈਗੀ ਹੈ। ਸੋ ਮੇਰਾ ਖਿਆਲ ਹੈ ਜੀ ਤੁਹਾਨੂੰ ਪਤਾ ਲੱਗ ਗਿਆ ਜ਼ੀਰੋ ਡਿਵੀਜ਼ਰਸ ਕਹਿੰਦੇ ਕਿ ਇਹਨੂੰ ਨੇ ਪੜ੍ਹਿਆ ਸਭ ਨੇ ਹੁੰਦਾ। ਬਟ ਜੇ ਮੈਂ ਤੁਹਾਨੂੰ ਕਹਿਦਾ Z 12 ਦੇ ਵਿੱਚ ਜ਼ੀਰੋ ਡਿਵੀਜ਼ਰਸ ਲੱਭੋ Z 12 ਦੇ, ਤਾਂ ਕਈਆਂ ਨੂੰ ਨਹੀਂ ਪਤਾ ਲੱਗਣੇ Z 12 ਦੇ ਜ਼ੀਰੋ ਡਿਵੀਜ਼ਰਸ ਕਿਹੜੇ ਨੇ। ਠੀਕ ਹੈ ਜੀ। ਸੋ ਇਸ ਕਰਕੇ ਆਪਾਂ ਥੋੜ੍ਹਾ ਜਿਹਾ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ। ਠੀਕ ਹੈ। ਅਗਰ ਤੁਸੀਂ ਮਤਲਬ ਜੇ ਤੁਹਾਡੇ ਪਾਸ ਤੁਸੀਂ ਕਰ ਸਕਦੇ ਹੋ ਤਾਂ ਮੈਂ ਤੁਹਾਨੂੰ ਇੱਥੇ ਦੇ ਦਿੰਦਾ, ਤੁਸੀਂ ਕਮੈਂਟ 'ਚ ਲਿਖਣਾ ਕਿ Z 12 ਦੇ ਜ਼ੀਰੋ, ਮਤਲਬ ਮੈਂ ਉਰੇ ਕੁਐਸਚਨ ਬਣਾ ਦਿੰਦਾ, ਫਾਈਂਡ ਜ਼ੀਰੋ ਡਿਵੀਜ਼ਰਸ ਆਫ Z 12। ਸੋ Z 12 ਦੇ ਜ਼ੀਰੋ ਡਿਵੀਜ਼ਰਸ ਲੱਭੋ। ਪੇਪਰ 'ਚ ਕੀ ਹੁੰਦਾ, ਦਾ ਨੰਬਰ ਆਫ ਜ਼ੀਰੋ ਡਿਵੀਜ਼ਰਸ ਆਫ Z 12 1 5 7 ਇੱਦਾਂ ਤੁਹਾਡੇ ਕੋਲ ਜ਼ੀਰੋ ਡਿਵੀਜ਼ਰ। ਠੀਕ ਹੈ ਜੀ। ਹੁਣ ਇੰਟੈਗਰਲ ਡੋਮੇਨ ਦੀ ਡੈਫੀਨੇਸ਼ਨ ਸੀ ਕਿ ਜ਼ੀਰੋ ਡਿਵੀਜ਼ਰ ਨਹੀਂ ਹੋਣੇ ਚਾਹੀਦੇ। ਜੇ ਜ਼ੀਰੋ ਡਿਵੀਜ਼ਰ ਨਹੀਂ ਹੋਣੇ ਚਾਹੀਦੇ ਇੰਟੈਗਰਲ ਡੋਮੇਨ ਦੀ ਡੈਫੀਨੇਸ਼ਨ ਵਿੱਚ, ਤਾਂ ਫਿਰ ਏ ਬੀ ਦੀ ਅਗਰ ਪ੍ਰੋਡਕਟ ਜ਼ੀਰੋ ਆਵੇ ਤਾਂ ਦੋਨੋਂ, ਏ ਤਾਂ ਨੋਨ ਜ਼ੀਰੋ ਹੈਗਾ ਹੀ ਹੈ, ਸੋ ਇਟ ਇੰਪਲਾਈ ਬੀ ਜ਼ੀਰੋ ਹੋਣਾ ਚਾਹੀਦਾ ਹੈ। ਸੋ ਆ ਇਹ ਉਲਟ ਡੈਫੀਨੇਸ਼ਨ ਹੈ
ਜੀ ਤੁਸੀਂ ਇੰਟੈਗਰਲ ਡੋਮੇਨ 'ਚ ਕਹਿੰਦੇ ਹੋ ਨੋ ਜ਼ੀਰੋ ਡਿਵੀਜ਼ਰ ਹੋਣੇ ਨਹੀਂ ਚਾਹੀਦੇ। ਜੇ ਜ਼ੀਰੋ ਡਿਵੀਜ਼ਰ ਹੁੰਦੇ ਆ ਤਾਂ ਨੋਨ ਜ਼ੀਰੋ ਟਰਮਾਂ ਦੀ ਪ੍ਰੋਡਕਟ ਜ਼ੀਰੋ ਹੁੰਦੀ ਹੈ। ਪ੍ਰੋਡਕਟ ਜ਼ੀਰੋ ਹੈ, ਪਹਿਲੀ ਟਰਮ ਤੁਹਾਡੇ ਪਾਸ ਨੋਨ ਜ਼ੀਰੋ ਹੈ ਤਾਂ ਦੂਜੀ ਨੂੰ ਜ਼ੀਰੋ ਹੋਣਾ ਪਏਗਾ। ਸੋ ਆਹ ਡੈਫੀਨੇਸ਼ਨ ਤੁਹਾਡੀ ਹੈਗੀ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨਸ ਹੋਰ ਬਥੇਰੇ ਹੈਗੇ ਆ ਜੀ ਤੁਹਾਡੇ ਪਾਸ, ਉਹ ਅਗਲੇ ਪਾਰਟ 'ਚ ਆਪਾਂ ਕੰਸੀਡਰ ਕਰਕੇ ਕਵਰ ਕਰਦੇ ਹਾਂ। ਤੁਹਾਡੇ ਕੋਲ ਕਾਫੀ ਵੱਡੀ ਵੀਡੀਓ ਹੋਗੀ, ਠੀਕ ਹੈ ਜੀ। ਥੈਂਕ ਯੂ। ਅਤੇ ਤੁਸੀਂ ਜਿਹੜਾ ਹੈਗਾ ਅਗਰ ਅੱਛਾ ਲੱਗਦਾ ਹੈ ਤਾਂ ਡੈਫੀਨੇਟਲੀ ਜਿਹੜਾ ਹੈਗਾ ਕਮੈਂਟ ਕਰ ਦਿਆ ਕਰੋ ਵੀ ਹਾਂ ਮੈਨੂੰ ਅੱਛਾ ਲੱਗਿਆ, ਜਾਂ ਲਾਈਕ ਕਰ ਦਿਆ ਕਰੋ ਅਤੇ ਹੋਰ ਲੋਕਾਂ ਨਾਲ ਵੀ ਸ਼ੇਅਰ ਕਰ ਦਿਆ ਕਰੋ, ਠੀਕ ਹੈ। ਇਹ ਨਾ ਸੋਚਿਆ ਕਰੋ ਮੈਨੂੰ ਜੋਬ ਮਿਲ ਜੇ ਤੁਹਾਡੇ ਪਾਸ, ਐਵੇਂ ਨਹੀਂ ਕੰਪੀਟੀਸ਼ਨ ਘਟਦਾ ਹੁੰਦਾ। ਕੰਪੀਟੀਸ਼ਨ ਤਾਂ ਅਗਰ ਕਿਸੇ ਦੀ ਤੁਸੀਂ ਹੈਲਪ ਕਰੀ ਜਾਂਦੇ ਹੋ ਤੁਹਾਡੇ ਪਾਸ, ਠੀਕ ਹੈ, ਤਾਂ ਰੱਬ ਨੇ ਤੁਹਾਡੀ ਹੈਲਪ ਸ਼ਿਓਰਲੀ ਕਰਨੀ ਹੈ, ਠੀਕ ਹੈ ਜੀ। ਥੈਂਕ ਯੂ।